ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਅੱਜ ਸੰਡੇ ਹੈ। ਸੰਡੇ ਦਾ ਦਿਨ ਖਾਸ ਕਰਕੇ ਸਿਹਤ ਦੇ ਲਈ ਹਰ ਕੋਈ ਕੁਛ ਨਾ ਕੁਛ ਕਰਨਾ ਚਾਹੁੰਦਾ ਹੁੰਦਾ ਹੈ। ਇਸੇ ਕਰਕੇ ਅਸੀਂ ਅੱਜ ਇੱਕ ਖਾਸ ਐਪੀਸੋਡ ਤੁਹਾਡੇ ਲਈ ਲੈ ਕੇ ਆਏ ਹਾਂ। ਸੰਡੇ ਦੇ ਦਿਨ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਦੇ ਵਿੱਚ, ਜਿੱਥੇ ਲੱਗਿਆ ਹੋਇਆ ਮਿਨੀ ਟ੍ਰੇਡ ਫੇਅਰ। ਤੇ ਇਸ ਫੇਅਰ ਦੇ ਵਿੱਚ, ਇਸ ਮੇਲੇ ਦੇ ਵਿੱਚ ਅੱਜ ਮੋਟੇ ਅਨਾਜ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਜਾਣਾ ਹੈ ਤੇ ਆਪਣੀ ਖੁਰਾਕ ਦੇ ਵਿੱਚ ਕਿਵੇਂ ਸ਼ਾਮਿਲ ਕਰਨਾ ਹੈ, ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਤੇ ਮੋਟਾ ਅਨਾਜ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ। ਕਣਕ ਨੂੰ ਛੱਡ ਕੇ, ਚੌਲਾਂ ਨੂੰ ਛੱਡ ਕੇ ਮੋਟਾ ਅਨਾਜ ਇੱਕ ਵਾਰ ਫਿਰ ਤੋਂ ਸਾਡੀ ਭੋਜਨ ਸ਼ੈਲੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸ ਦੇ ਬਾਰੇ ਇਹ ਪੂਰੇ ਮੇਲੇ ਦੇ ਵਿੱਚ ਅੱਜ ਗੱਲ ਕੀਤੀ ਜਾਣੀ ਹੈ, ਜਿੱਥੇ ਕਾਫੀ ਸਾਰੇ ਜਿਹੜੇ ਮਾਹਰ ਨੇ ਉਹ ਵੀ ਪਹੁੰਚਣਗੇ, ਆਮ ਲੋਕ ਵੀ ਆਏ ਹੋਏ ਨੇ ਜਿਨ੍ਹਾਂ ਨੂੰ ਮਿਲਟਸ ਬਾਰੇ ਦੱਸਿਆ ਜਾ ਰਿਹਾ, ਮੋਟੇ ਅਨਾਜ ਬਾਰੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਰਫਾਰਮੈਂਸਿਸ ਹੋ ਰਹੀਆਂ ਨੇ ਯੋਗਾ ਨੂੰ ਲੈ ਕੇ ਕਿ ਸਿਹਤਮੰਦ ਕਿਸ ਤਰੀਕੇ ਦੇ ਨਾਲ ਰਹਿਣਾ, ਚਾਹੇ ਉਹ ਤੁਹਾਡੀ ਡਾਈਟ ਹੈ ਜਾਂ ਫਿਰ ਤੁਸੀਂ ਯੋਗ ਕਰੋ ਕਿ ਆਪਣੇ ਆਪ ਨੂੰ ਸਿਹਤਮੰਦ ਰੱਖੋ, ਕਿਉਂਕਿ ਲਾਈਫ ਸਟਾਈਲ ਐਵੇਂ ਦਾ ਹੋ ਗਿਆ। ਇਹ तमाम ਚੀਜ਼ਾਂ ਅੱਜ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਮਿਲਟਸ ਸਾਡੀ ਫੂਡ ਦੇ ਵਿੱਚ ਹਰ ਰੋਜ਼ ਕਿਵੇਂ ਸ਼ਾਮਿਲ ਹੋ ਸਕਦੇ ਆ, ਇਹ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਆਓ ਚੱਲਦੇ ਆ ਮੇਲੇ ਦੇ ਵਿੱਚ। ਤਾਂ ਇਸ ਫੇਅਰ ਦੇ ਆਰਗੇਨਾਈਜ਼ਰ ਐਸੀ ਵਤਸ ਸਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਮਿਲਟਸ ਬਾਰੇ ਹੀ। ਸਰ, ਤੁਸੀਂ ਫੇਅਰ ਇੱਥੇ ਆਰਗੇਨਾਈਜ਼ ਕੀਤਾ ਹੈ, ਰਿਸਪੌਂਸ ਕਿਵੇਂ ਦਾ ਰਿਹਾ? ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਤੁਹਾਡਾ ਮੋਟਿਵ ਕੀ ਸੀਗਾ ਫੇਅਰ ਇੱਥੇ ਆਰਗੇਨਾਈਜ਼ ਕਰਨ ਦਾ। जी, ये जो फेयर है 3 दिन का, ये एमएसएमई एक मीडियम एंड स्मॉल स्केल इंडस्ट्रीज़ के तहत मिनिस्ट्री ने इसको स्पॉन्सर किया है। उसी के तहत हमने अपने जो पार्टनर्स हैं उनको इनवाइट किया, यहाँ बुलाया लोगों को जागरूक करने के लिए, क्योंकि हम लोग दिल्ली में इस तरह के कई फेयर ऑर्गेनाइज कर चुके थे। इस बार प्लान किया कि चंडीगढ़ में भी जाएं, यहाँ भी लोगों को थोड़ी जागरूकता फैलाएं, अवेयरनेस फैलाएं। तो इसीलिए यहाँ हमने 3 दिन का ये प्रोग्राम ऑर्गेनाइज किया था। और इसमें हमारे साथ अच्छे अच्छे पार्टनर्स, जिनमें से एक खेती विरासत मिशन है, ये लोग आए। ये काफ़ी दिनों से इसमें काम कर रहे हैं, काफ़ी इन्होंने प्रमोट किया है। और सबसे बड़ी बात ये है कि हमने देखा यहाँ लोग जानकारी लेने के लिए ना बड़े इंटरेस्टेड लोग आए हैं। और उन लोगों ने कोशिश ये की है कि पूरा इसके बारे में इंफॉर्मेशन लेके जाएं। ब्रोचर्स अवेलेबल हैं, कुछ फूड प्रोडक्ट्स हमने स्नैक्स यहाँ साइड में मिल रहे हैं मिलेट्स के, वो दिए गए हैं। सबसे बड़ी बात ये है कि जैसा अभी बताया था आईजी साहब ने भी, ये माइक्रो न्यूट्रिएंट्स का बड़ा रिच सोर्स है। जो न्यूट्रिएंट्स हमें कहीं नहीं मिलते या जो दूसरे गेहूं चावल में नहीं मिलते, वो इनमें हमारी बहुत सी बीमारियों को दूर करने के लिए माइक्रो न्यूट्रिएंट्स के रिच सोर्स की वजह से हम इसको प्रमोट करना चाह रहे हैं। हमारे साथ खेती विरासत मिशन से मैडम संदीप कौर जी हैं। ये और बताएंगे कि यहाँ के लोगों का, क्योंकि ये लोकल हैं, यहाँ चंडीगढ़ से हैं, कैसा पहले क्या था और अब लोगों का इस बारे में क्या बदलाव आया है, किस तरह से जानकारी ले रहे हैं। तो मैडम से आप ਮੈਮ ਨਾਲ ਗੱਲ ਕਰਦੇ ਹਾਂ, ਪਰ ਰਿਸਪੌਂਸ ਕਿਵੇਂ ਦਾ ਮਿਲਿਆ ਉਸ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਤੁਸੀਂ ਸਾਨੂੰ ਸਮਝਾ ਦਿਓ ਕਿ ਇਹ ਮਿਲਟਸ ਜਿਹੜੇ ਨੇ, ਕਿਉਂਕਿ ਇਹਨਾਂ 'ਚ ਡਿਫਰੈਂਟ ਫਾਰਮਸ ਨੇ, ਹੈ ਨਾ, ਤਾਂ ਕਿਹੜੀ ਕਿਵੇਂ ਦੀ ਹੈ, ਕਿਸ ਦੇ ਵਿੱਚ ਕਿਹੜਾ ਨਿਊਟ੍ਰੀਸ਼ਨ ਹੈ ਨਾ, ਉਹ ਸਾਰੀਆਂ ਚੀਜ਼ਾਂ ਦੱਸ ਦਿਓ ਪਲੀਜ਼। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ 5 ਮਿਲਟ ਜਿਹੜੇ ਪੋਜ਼ਿਟਿਵ ਮਿਲਟਸ ਅਸੀਂ ਆਉਂਦੇ ਆ, ਜਿਹਦੇ 'ਚ ਕੋਦਰਾ ਹੈ, ਹਰੀ ਕੰਗਨੀ, ਸਵਾਂਖ, ਕੰਗਨੀ ਔਰ ਕੁਟਕੀ। ਇਹ 5 ਮਿਲਟਸ ਸਾਡੇ ਪੋਜ਼ਿਟਿਵ ਮਿਲਟਸ ਕਹੇ ਜਾਂਦੇ ਹੈ। ਔਰ ਇਹ ਸਾਡੀ ਬਾਡੀ ਨੂੰ ਡਿਟੌਕਸ ਕਰਦੇ ਹੈ ਔਰ ਬਿਮਾਰੀਆਂ ਨੂੰ ਰਿਵਰਸ ਕਰਦੇ ਹੈ। ਇਹਦੇ ਨਾਲ ਸ਼ੂਗਰ ਤੋਂ ਲੈ ਕਰ ਕੈਂਸਰ ਤੱਕ ਦੀਆਂ ਬਿਮਾਰੀਆਂ ਠੀਕ ਕੀਤੀਆਂ ਜਾ ਰਹੀਆਂ ਹੈ। ਇਹ ਸਿੰਗਲ ਲੈ ਸਕਦੇ ਆ ਜਾਂ ਫਿਰ ਮਿਕਸ ਕਰਕੇ? ਸਿੰਗਲ ਹੀ ਲੈਣੇ ਆ। ਕਦੀ ਵੀ ਗ੍ਰੇਨਸ ਨੂੰ ਮਿਕਸ ਕਰਨਾ ਅਸੀਂ ਬਿਲਕੁਲ ਅਵੋਇਡ ਕਰਨੇ ਆ, ਕਿਉਂਕਿ ਮਿਕਸ ਕਰਨ ਦੇ ਨਾਲ ਕੀ ਹੁੰਦਾ ਹੈ, ਹਰ ਅਨਾਜ ਦੀ ਤਾਸੀਰ ਅਲੱਗ ਹੈ, ਹਰ ਇੱਕ ਦੇ ਨਿਊਟ੍ਰੀਐਂਟਸ ਅਲੱਗ ਹੈ, ਅਤੇ ਬਾਡੀ ਨੂੰ ਡਾਈਜੈਸਟ ਕਰਨਾ ਬੜਾ ਡਿਫਿਕਲਟ ਹੁੰਦਾ ਹੈ ਉਸ ਚੀਜ਼ ਨੂੰ। ਇਹ ਮੈਂ ਸੁਣਿਆ ਸੀ ਕਿ 8 ਘੰਟੇ ਪਹਿਲਾਂ ਭਿਗੋਣੇ ਹੁੰਦੇ ਆ। ਇਹ ਸਾਰੇ ਮਿਲਟਸ ਐਵੇਂ ਹੀ ਆ ਕਿ 8 ਘੰਟੇ ਪਹਿਲਾਂ ਭਿਓ, ਉਸ ਤੋਂ ਬਾਅਦ ਅਗਰ ਤੁਸੀਂ ਭਿਓਂਗੇ ਨਹੀਂ ਤਾਂ ਇਹਦਾ ਜਿਹੜਾ ਫਾਈਬਰ ਹੈ, ਫਾਈਬਰ ਕੰਟੈਂਟ ਇਹਨਾਂ 'ਚ ਬਹੁਤ ਹਾਈ ਹੁੰਦਾ ਹੈ, ਉਹਦੇ ਨਾਲ ਹੀ ਬਾਡੀ ਦੀ ਕਲੀਨਜ਼ਿੰਗ ਹੁੰਦੀ ਹੈ। ਬਟ ਅਗਰ ਤੁਸੀਂ ਇਹਨੂੰ ਭਿਓਂਗੇ ਨਹੀਂ ਤਾਂ ਉਹ ਡਾਈਜੈਸਟੇਬਲ ਨਹੀਂ ਹੋਏਗਾ ਫਾਈਬਰ।
ਤੋਂ ਕਈ ਤਰ੍ਹਾਂ ਦੀਆਂ ਫਿਰ ਦਿੱਕਤਾਂ ਆ ਜਾਂਦੀਆਂ, ਗਰਮੀ ਬਾਡੀ 'ਚ ਗਰਮੀ ਹੀਟ ਜਨਰੇਟ ਹੋ ਜਾਏਗੀ, ਕਨਸਟੀਪੇਸ਼ਨ ਹੋ ਜਾਏਗੀ, ਇਸ ਤਰ੍ਹਾਂ ਦੀਆਂ ਪ੍ਰੋਬਲਮਾਂ। ਤਾਂ ਇਸ ਲਈ ਇਹਨੂੰ ਭਿਗਾਉਣਾ ਬਹੁਤ ਜ਼ਰੂਰੀ ਹੈ। ਮਿਨੀਮਮ 7 ਤੋਂ 8 ਘੰਟੇ, ਮੈਕਸਿਮਮ 10-12 ਘੰਟੇ ਵੀ ਤੁਸੀਂ ਭਿਓ ਸਕਦੇ ਹੋ। ਔਰ ਪਾਣੀ ਦੀ ਵੀ ਕੁਆਂਟੀਟੀ ਇਹਦੇ 'ਚ, ਜਦੋਂ ਇਹਨੂੰ ਅਸੀਂ ਪਕਾਉਂਦੇ ਹਾਂ ਤਾਂ 5 ਤੋਂ 6 ਗੁਣਾ ਪਾਣੀ ਉਹ ਵੀ ਜ਼ਰੂਰੀ ਹੈ। ਹਾਂਜੀ। ਹੁਣ ਮੈਨੂੰ ਦੱਸੋ ਕਿ ਰਿਸਪੌਂਸ ਕਿਵੇਂ ਦਾ ਮਿਲਿਆ ਚੰਡੀਗੜ੍ਹ ਦੇ ਵਿੱਚ ਜਦੋਂ ਹੁਣ ਤੁਸੀਂ ਇੱਥੇ ਆਏ ਹੋ? ਸਪੈਸ਼ਲੀ ਚਲੋ ਤੁਹਾਡਾ ਵੱਖਰਾ ਤਾਂ ਚੱਲ ਹੀ ਰਿਹਾ ਆ, ਖੇਤੀ ਮਿਸ਼ਨ ਜਿਹੜਾ ਚੱਲ ਰਿਹਾ, ਇੱਥੇ ਇਸ ਮੇਲੇ ਦੇ ਵਿੱਚ ਕਿੰਨਾ ਕੁ ਰਿਸਪੌਂਸ ਮਿਲਿਆ? ਇਸ ਮੇਲੇ ਦੇ ਵਿੱਚ ਮੈਕਸਿਮਮ ਲੋਕ ਜਿਹੜੇ ਆ ਰਹੇ ਆ ਉਹ ਮਿਲਟਸ ਦੇ ਕਰਕੇ ਹੀ ਆ ਰਹੇ ਆ। ਮਤਲਬ ਬਹੁਤ ਸਾਰੇ ਮੇਰੇ ਕੋਲ ਕੱਲ ਤੋਂ ਜਿੰਨੇ ਵੀ ਲੋਕ ਆਏ ਆ ਉਹਨਾਂ ਨੇ ਨਿਊਜ਼ਪੇਪਰਸ 'ਚ ਸੁਣਿਆ ਕਿ ਮਿਲਟਸ ਦਾ ਮੇਲਾ ਲੱਗਾ ਹੋਇਆ, ਤਾਂ ਸਪੈਸ਼ਲੀ ਬਹੁਤ ਸਾਰੇ ਲੋਕ ਇਸੇ ਚੀਜ਼ ਵਾਸਤੇ ਆਏ ਆ ਕਿ ਅਸੀਂ ਸਾਨੂੰ ਕੋਈ ਸੋਰਸ ਨਹੀਂ ਲੱਭ ਰਿਹਾ। ਹਰ ਕੋਈ ਕਹਿ ਤੇ ਰਿਹਾ ਹੈ ਮਿਲਟਸ ਖਾਓ, ਪਰ ਲੈਣਾ ਕਿੱਥੋਂ ਹੈ ਉਹ ਨਹੀਂ ਪਤਾ, ਬਣਾਉਣਾ ਕਿਸ ਤਰ੍ਹਾਂ ਹੈ ਉਹ ਨਹੀਂ ਪਤਾ। ਤੋ ਇਸ ਕਰਕੇ ਇਹ ਚੀਜ਼ਾਂ ਬਹੁਤ ਲੋਕਾਂ ਨੇ ਪੁੱਛੀਆਂ ਔਰ ਸਾਰਿਆਂ ਨੇ ਆਪਣੇ ਨੰਬਰਸ ਦੇ ਕੇ ਕਿ ਸਾਨੂੰ ਵੀ ਗਰੁੱਪ ਦੇ ਵਿੱਚ ਐਡ ਕਰ ਦਿਓ। ਔਰ ਸਪੈਸ਼ਲੀ ਉਹ ਵੀ ਚੀਜ਼ ਹੈ ਕਿ ਅਗਰ ਸਾਡੀਆਂ ਬਿਮਾਰੀਆਂ ਰਿਵਰਸ ਹੋ ਸਕਦੀਆਂ ਤੇ ਉਹ ਕਿਸ ਤਰ੍ਹਾਂ ਹੋਣਗੀਆਂ, ਉਹ ਪੂਰੀ ਗਾਈਡੈਂਸ, ਕਿਉਂਕਿ ਇੱਕ ਪੂਰੀ ਜਨਰੇਸ਼ਨ ਹੀ ਗੈਪ ਹੋ ਗਈ ਹੈ ਜਿਨ੍ਹਾਂ ਨੂੰ ਕਿ ਮਿਲਟਸ ਬਾਰੇ ਕੋਈ ਨੌਲੇਜ ਨਹੀਂ ਹੈ। ਔਰ ਥੋੜੀ ਬਹੁਤ ਮੱਕੀ ਦੀ ਰੋਟੀ ਉਹ ਵੀ ਹੌਲੀ ਹੌਲੀ ਬਿਲਕੁਲ ਘਟਦੀ ਜਾ ਰਹੀ ਹੈ। ਹਾਂਜੀ, ਮੱਕੀ ਦੀ ਖਾਣੀ ਨਹੀਂ ਔਰ ਬਣਾਉਣੀ ਵੀ ਨਹੀਂ ਆਉਂਦੀ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਲੜਕੀਆਂ ਹੈ ਉਹ ਬਚਪਨ ਤੋਂ ਸਕੂਲ ਔਰ ਕਾਲਜ ਔਰ ਫਿਰ ਜੌਬਸ ਤੋਂ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੈ, ਔਰ ਮੱਕੀ ਦੀ ਰੋਟੀ ਬਣਾਉਣ ਵਾਸਤੇ ਟਾਈਮ ਟੇਕਿੰਗ ਪ੍ਰੋਸੈਸ ਹੈ ਉਹ, ਤਾਂ ਉਹ ਲੱਗ ਰਿਹਾ ਨਹੀਂ ਹੈ। ਤੁਹਾਨੂੰ ਲੱਗ ਰਿਹਾ ਜਿਹੜਾ 2008 ਚ ਮਿਸ਼ਨ ਸਟਾਰਟ ਕੀਤਾ ਸੀ ਉਹਦਾ ਐਕਸਪੈਕਟਡ ਰਿਸਪੌਂਸ ਮਿਲ ਰਿਹਾ? ਬਿਲਕੁਲ, ਔਰ ਮਿਲਣਾ ਹੀ ਹੈ, ਕੋਈ ਆਪਸ਼ਨ ਨਹੀਂ ਹੈ। ਇਹ ਕਣਕ ਤੇ ਚੌਲਾਂ ਤੋਂ ਹੁਣ ਬਾਜਰੇ ਤੇ ਆਉਣਗੇ ਲੋਕ? ਬਿਲਕੁਲ ਆਉਣਗੇ, ਕਿਉਂਕਿ ਕੋਈ ਹੋਰ ਆਪਸ਼ਨ ਨਹੀਂ ਹੈ। ਜਦੋਂ ਹੁਣ ਗੱਲ ਨਾ ਸਾਡੇ ਬੱਚਿਆਂ ਤੱਕ ਆ ਚੁੱਕੀ ਹੈ, ਕਿਉਂਕਿ ਅੱਜ ਤੁਸੀਂ ਦੇਖੋ 20 ਸਾਲ 25 ਸਾਲ ਦੇ ਵੀ ਲੋਕਾਂ ਨੂੰ ਸਟੰਟ ਪੈਣ ਲੱਗ ਪਿਆ, ਤੇ ਜਦੋਂ ਇੰਨੀ ਜ਼ਿਆਦਾ ਹੈਲਥ ਕ੍ਰਾਈਸਿਸ ਆ ਗਿਆ ਨਾ, ਤੇ ਜਦੋਂ ਤੱਕ ਹੈਲਥ ਕ੍ਰਾਈਸਿਸ ਨਹੀਂ ਆਉਂਦਾ ਉਦੋਂ ਤੱਕ ਲੋਕ ਨਹੀਂ ਆ ਰਹੇ। ਸਾਡੇ ਕੋ ਵੀ ਜਿਹੜੇ ਲੋਕ ਨੇ, ਜਿਹੜੇ ਲੋਕ ਮਿਲਟਸ ਖਾ ਰਹੇ ਹੈ, ਫੈਮਿਲੀ 'ਚ ਅਗਰ ਇੱਕ ਬੰਦਾ ਬਿਮਾਰ ਹੈ ਤਾਂ ਸਿਰਫ ਉਹੀ ਖਾ ਰਿਹਾ, ਬਾਕੀ ਜਿਹੜੇ ਹੈਲਦੀ ਫੈਮਿਲੀ ਮੈਂਬਰਸ ਹੈ ਉਹ ਅਜੇ ਵੀ ਅਵੋਇਡ ਕਰ ਰਹੇ ਆ। ਪਰ ਆਪਸ਼ਨ ਕੋਈ ਨਹੀਂ ਹੈ, ਜਿੱਦਣ ਬਿਮਾਰ ਪੈਣਗੇ ਉਦਣ ਫਿਰ ਆਉਣਾ ਹੀ ਪਏਗਾ। ਤੁਸੀਂ ਆਪਸ਼ਨ ਦੇਤੀ ਹੈ ਨਾ ਹੁਣ। ਤੇ ਤੁਹਾਡੀ ਬੋਲੀ ਤੋਂ ਮੈਨੂੰ ਲੱਗ ਰਿਹਾ ਤੁਸੀਂ ਮਾਝੇ ਵਾਲੇ ਹੋ, ਹੈ ਨਾ? ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ, ਹੈ ਨਾ? ਮਾਝੇ ਹੋ ਕਿੱਥੋਂ ਤੋਂ? ਅੰਮ੍ਰਿਤਸਰ। ਓਕੇ, ਠੀਕ ਹੈ, ਥੈਂਕ ਯੂ ਸੋ ਮਚ ਮੈਮ। ਮਿਲਟਸ ਦੇ ਪਕੌੜੇ ਬਣਾ ਰਹੇ ਹੋ? ਹਾਂਜੀ ਹਾਂਜੀ। ਓਕੇ, ਇਹ ਈਜ਼ੀ ਹੈ ਜਿਵੇਂ ਆਪਾਂ ਬੇਸਨ ਤੋਂ ਬਣਾਉਂਦੇ ਆ ਪਕੌੜੇ ਵਗੈਰਾ, ਮਿਲਟਸ ਤੋਂ ਪਕੌੜੇ ਬਣਾਉਣਾ ਉਨਾ ਹੀ ਈਜ਼ੀ ਹੈ? ਹਾਂਜੀ ਉਹਨਾਂ ਹੀ ਜੀ ਹੈ। ਅੱਛਾ, ਮੈਨੂੰ ਤੁਸੀਂ ਦੱਸੋ ਕਿ ਇਹ ਫਿਰ ਹੁਣ ਕਿਉਂਕਿ ਇਹ ਵੀ ਆਪਾਂ ਫਰਾਈ ਕਰ ਰਹੇ ਹਾਂ, ਫਿਰ ਇਹ ਵੀ ਅਨਹੈਲਦੀ ਹੋਊਗਾ? ਦੇਖੋ ਫਰਾਈ ਆਈਟਮ ਹੈ ਤੇ ਬਹੁਤ ਜ਼ਿਆਦਾ ਹੈਲਦੀ ਤੇ ਅਸੀਂ ਨਹੀਂ ਕਹਿ ਸਕਦੇ ਇਹਨੂੰ, ਪਰ ਸਾਡਾ ਇਹ ਚੀਜ਼ਾਂ ਦਿਖਾਉਣ ਦਾ ਪਰਪਸ ਇਹ ਹੈ ਕਿ ਮਿਲਟਸ ਤੋਂ ਜਿਹੜਾ ਵਹਿਮ ਹੈ ਨਾ ਕਿ ਮਿਲਟਸ ਤੋਂ ਤਾਂ ਸਿਰਫ ਬਣ ਸਕਦਾ ਹੈ ਖਿਚੜੀ ਔਰ ਦਲੀਆ ਹੀ ਖਾਣਾ ਪਏਗਾ, ਬੋਰਿੰਗ ਫੂਡ ਹੈ, ਤੇ ਬਸ ਅਸੀਂ ਉਹ ਚੀਜ਼ ਦਿਖਾਉਣਾ ਚਾਹੁੰਦੇ ਹਾਂ ਕਿ ਨਹੀਂ, ਇਹਦੇ ਤੋਂ ਸਭ ਕੁਝ ਬਣ ਸਕਦਾ ਹੈ। ਤੁਸੀਂ ਬੱਚਿਆਂ ਲਈ ਸਨੈਕਸ ਵੀ ਬਣਾ ਸਕਦੇ ਹੋ? ਹਾਂਜੀ, ਬਿਲਕੁਲ ਬਿਲਕੁਲ। ਤਾਂ ਸਾਡੇ ਨਾਲ ਮੈਮ ਹੈਗੇ ਆ ਜਿਹੜੇ ਮਿਲਟਸ ਤੋਂ ਸਨੈਕਸ ਖਾ ਰਹੇ ਆ। ਮੈਮ ਕਿਵੇਂ ਲੱਗ ਰਿਹਾ? ਕਾਫੀ ਅੱਛੇ ਲੱਗ ਰਹੇ ਨੇ। ਮੈਂ ਘਰ ਵੀ ਕਾਫੀ ਯੂਜ਼ ਕਰਦੀ ਹਾਂ ਮਿਲਟਸ। ਯੈਸ। ਤੁਸੀਂ ਇੱਥੋਂ ਚੰਡੀਗੜ੍ਹ ਤੋਂ? ਹਾਂਜੀ, ਮੈਂ ਚੰਡੀਗੜ੍ਹ ਤੋਂ। ਓਕੇ, ਤੁਹਾਨੂੰ ਲੱਗਦਾ ਹੈ ਕਿ ਸਾਨੂੰ ਹੁਣ ਆਪਣਾ ਫੂਡ ਪਲਾਨਸ ਜਿਹੜੇ ਉਹ ਚੇਂਜ ਕਰਨੇ ਚਾਹੀਦੇ ਆ, ਸਾਨੂੰ ਮਿਲਟਸ ਤੇ ਆਉਣਾ ਪਏਗਾ? या ऑफ कोर्स ग्लूटेन दिन ब दिन कई जा रहे हैं कि इट्स नॉट दैट गुड फॉर हेल्थ, तो ग्लूटेन फ्री होना बेटर ही है। ਹੁਣ ਜਿਵੇਂ ਤੁਸੀਂ ਇਹ ਸਨੈਕਸ ਖਾ ਰਹੇ ਹੋ, ਕੁਝ ਡਿਫਰੈਂਟ ਲੱਗ ਰਿਹਾ ਕਿ ਨਹੀਂ ਉਹ ਸੇਮ ਹੀ ਹੈ ਜਿਵੇਂ ਉਹਨਾਂ ਚੀਜ਼? टेस्ट इज़ रादर बेटर, इट इज़ मोर क्रिस्प। ਓਕੇ, सो आई फाइंड इट मोर बेटर। ਈਵਨ ਜਿਹੜਾ ਘਰ ਵੀ ਆਪਾਂ ਖਾਂਦੇ ਆ ਐਂਡ ਰੋਟੀਜ਼ ਐਂਡ ਦਲੀਆਸ, ਦੇ ਆਰ ਬੈਟਰ, ਦੇ ਟੇਸਟ ਬੈਟਰ। ਤੁਹਾਡੇ ਬੱਚੇ ਫਿਰ ਘਰ ਦੇ ਉਹ ਮਿਲਟਸ ਵਗੈਰਾ ਲੈ ਲੈਂਦੇ ਆ ਕਿ ਬੱਚਿਆਂ ਨੂੰ ਹਜੇ ਥੋੜਾ ਔਖਾ? नहीं, बच्चे हली नहीं यूज टू इट। इट्स वेरी डिफिकल्ट टू कन्विंस द न्यू जनरेशन, बट हाँ, मी एंड माई हस्बैंड वी बोथ आर मिलेट फैंस। ਓਕੇ, ਤੁਸੀਂ ਮਾਰਨਿੰਗ ਤੋਂ ਈਵਨਿੰਗ ਦੇ ਵਿੱਚ ਫਿਰ ਕਦੋਂ ਮਿਲਟਸ ਲੈਂਦੇ ਹੋ? ऑल मील
ਓਕੇ ऑल मील कदी आटा गुन लईदा है, कदी वो दलिया वाकन बना के दाल चावल राजमा चावल दी जगह मिलेट खा लीदे ਇਹ ना। ਤੁਸੀਂ ਬਿਲਕੁਲ ਰਿਪਲੇਸ ਕਰ ਦਿੱਤਾ ਆ ਫਿਰ ਬੋਰਿੰਗ ਨਹੀਂ ਲੱਗਦਾ ਹੁਣ ਮਿਲਟਸ ਹੀ ਖਾ ਰਹੇ ਹੋ ਕੱਲਾ ਜਾਂ ਫਿਰ ਮਤਲਬ ਕਿ ਉਹ ਇੱਕ ਪ੍ਰੋਪਰ ਰੂਟੀਨ ਬਣ ਗਈ ਹੈ ਮਿਲਟਸ ਦੀ नहीं, नॉट एवरी डे, बट हाँ 20 days a month we eat millets. ਤਾਂ ਇਹ ਸਟਾਲ ਹੈਗੀ ਹੈ ਸਟਾਲ ਦੇ ਉੱਤੇ ਜਿਹੜੇ ਮਿਲਟਸ ਤੋਂ ਹੋਰ ਪ੍ਰੋਡਕਟਸ ਜਿਵੇਂ ਕੁਕੀਜ਼ ਨੇ ਜਾਂ ਫਿਰ ਬਿਸਕਿਟਸ ਨੇ ਉਹ ਸਾਰੀਆਂ ਚੀਜ਼ਾਂ ਵੀ ਮਿਲਟਸ ਤੋਂ ਬਣ ਸਕਦੇ ਨੇ ਈਵਨ ਮਿਲਟਸ ਤੋਂ ਵੇਖੋ ਤੁਸੀਂ ਕੁਕੀਜ਼ ਵੀ ਹੈਗੀਆਂ ਆ ਬਿਸਕਿਟਸ ਹੈਗੇ ਆ ਤੇ ਇਹ ਵੀ ਕੁਕੀਜ਼ ਹੈ ਇਸ ਤੋਂ ਇਲਾਵਾ ਉਧਰ ਨੂਡਲਸ ਪਏ ਆ ਪਾਸਤਾ ਵੀ ਇਵਨ ਹੈਗਾ ਆ ਕਿ ਜਿਹੜੇ ਬੱਚੇ ਮੈਕਰੋਨੀ ਵੀ ਹੈਗੀ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਮਤਲਬ ਕਿ ਸਨੈਕਸ ਦੇ ਵਿੱਚ ਵੀ ਚੀਜ਼ਾਂ ਲੈਣੀਆਂ ਨੇ ਤਾਂ ਉਹਨਾਂ ਦੇ ਲਈ ਵੀ ਮਿਲਟਸ ਦੀਆਂ ਹੁਣ ਚੀਜ਼ਾਂ ਅਵੇਲੇਬਲ ਹੈਗੀਆਂ ਸਰ ਹਾਂ ਰੈਡੀ ਟੂ ये अभी जो हमने कवर किया वहाँ था हमें खुद तैयार करना था, उसमें टाइम लगता था, लेकिन जिन लोगों के पास टाइम नहीं है रेडी टू ईट चाहिए वो यहाँ हैं। बिस्किट्स हैं, दूसरे स्नैक्स हैं, और जो बच्चे जो जो जंक फूड खाते हैं उसके रिप्लेसमेंट यहाँ है, उसके अल्टरनेटिव हेल्दी अल्टरनेटिव अवेलेबल हैं। तो हम स्टार्टिंग में इस तरफ शिफ्ट हो सकते हैं, फिर हम हेल्दी फूड पूरे जो मिलेट्स हैं उसकी तरफ शिफ्ट हो सकते हैं। ਇਸ ਸਟਾਲ ਦੇ ਉੱਤੇ ਨਾ ਚਿਪਸ ਹੈਗੇ ਆ ਕਿ ਮਿਲਟਸ ਤੋਂ ਚਿਪਸ ਬਣੇ ਹੋਏ ਆ ਇਸ ਤੋਂ ਇਲਾਵਾ ਨਮਕੀਨ ਦੇ ਵਿੱਚ ਵੀ ਹੈਗੇ ਆ ਮੈਮ ਤੁਸੀਂ ਦੱਸੋਗੇ ਮਿਲਟਸ ਦੇ ਵਿੱਚ ਕੀ ਕੀ ਪ੍ਰੋਡਕਟਸ ਅਵੇਲੇਬਲ ਹੈਗੇ ਆ ਹੁਣ ਇੱਥੇ ज्वार है, बाजरा है, मल्टीग्रेन है, इसमें सब इंक्लूड है। ज्वार, बाजरा, मूंग जोर है, चना जोर, रोस्टेड सोयाबीन है, और ये रागी के चिप्स है, ये बीट रूट के चिप्स है, चुकंदर के, हाँ, और ये किनोवा के चिप्स है। सब हेल्दी आइटम है। ਥੈਂਕ ਯੂ ਮੈਮ ਤਾਂ ਸਰ ਮਤਲਬ ਇਹ ਕਿ ਤੁਸੀਂ ਜੇ ਤੁਹਾਨੂੰ ਸ਼ਾਮ ਨੂੰ 5 ਵਜੇ ਵਾਲੀ ਤੁਸੀਂ ਚਾਹ ਲੈਣੀ ਹੈ ਨਾ ਤਾਂ चाय ਉੱਥੇ बिस्किट के लिए हमारे पास ये अवेलेबल है, और ये बिस्किट से अच्छा है, इसमें ये रोस्टेड है, कोई इसमें जो सैचुरेटेड फैट्स हैं वो यूज़ नहीं की गई है, तो ये भी एक अच्छा ऑप्शन हो सकता है। ਤਾਂ ਮੇਰੇ ਨਾਲ ਇਸ ਸਮੇਂ ਡਾਕਟਰ ਵਿਨੋਦ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਕਿ ਰਿਸਰਚ ਕਰ ਰਹੇ ਨੇ ਮਿਲਟਸ ਦੇ ਉੱਤੇ ਅਸੀਂ ਰਿਸਰਚ ਕਰ ਰਹੇ ਹਾਂ ਸਰ ਤੁਸੀਂ ਕੀ ਫਾਈਂਡਿੰਗਸ ਨੇ ਕਿਉਂਕਿ ਰਿਸਰਚ ਕਰਦੇ ਆ ਆਬਵੀਅਸਲੀ ਗੱਲ ਆ ਫਾਈਂਡਿੰਗਸ ਆਉਂਦੀਆਂ ਨੇ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਫਿਰ ਉਸ ਤੋਂ ਬਾਅਦ ਇੱਕ ਪ੍ਰੋਸੈਸ ਚੱਲਦਾ ਆ ਉਹਨਾਂ ਫਾਈਂਡਿੰਗਸ ਦੇ ਉੱਤੇ ਜੋ ਜੋ ਸਾਡੇ ਕੋਲ ਆਇਆ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਹੈ ਨਾ ਤੁਹਾਨੂੰ ਕਿਉਂ ਲੱਗਿਆ ਕਿ ਮਿਲਟਸ ਹੁਣ ਅਗਲੀ ਟਾਈਮ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਸਿਰਫ ਇੱਕ ਮਿਲਟ ਹੀ ਹੈ ਜਿਹੜੇ ਸਾਨੂੰ ਬਚਾ ਸਕਦਾ ਹੈ देखिए हम लोग पंजाब हरियाणा और नॉर्थ इंडिया के अलग अलग जगहों पे नॉर्थ वेस्टर्न रीजन में रिसर्च कर रहे थे और हमने पाया कि एक तो हमने ग्राउंड वाटर को पूरी तरह बर्बाद कर दिया है, दूसरा हमने जो खेती में इतने सारे केमिकल डाल दिए कि जिसकी वजह से हमारा जीना लगभग नामुमकिन होता जा रहा है और वो केमिकल हमारे हवा, पानी, मिट्टी, खाने सब चीज़ों में आ रहे हैं। तो हमें एक ऐसा अल्टरनेट चाहिए जो हमारा एंशियंट भोजन भी हो और जो ऐसा भोजन हो जो सदियों से हमारा पेट की मेमोरी में हो। तो अगर आप बाबा नानक की साखियाँ सुनेंगे तो आपको पता लगेगा कि उन्होंने जो कोदरा की रोटियाँ खाई थी उसके ऊपर काफ़ी सारी साखियाँ भी हैं। तो ये कोदरा जो यहाँ पे भी रखा हुआ है आप देखेंगे ये वाला, तो ये वो अनाज हैं जो मूल अनाज हैं जो सबसे पहले हमारे लोग खाते थे। गेहूं और राइस खा रहे हैं हम 1970 के बाद में, उससे पहले गेहूं राइस को कोई जानता नहीं था। अगर आप हमारे थोड़े बुजुर्ग लोग हैं उनसे पूछेंगे तो वो बोलेंगे कि जब कोई घर में मेहमान आता था तो ही गेहूं की रोटी बनती थी। अभी गेहूं को हमने नॉर्मलाइज कर लिया है और जो नॉर्मल अनाज होते थे जिनसे हमारी सेहत बनी रहती थी तो उनको घर से निकाल दिया है। ये ऐसे अनाज हैं जो जिंदा अनाज हैं जिनमें बैक्टीरिया होते हैं, वही बैक्टीरिया जो हमारे पेट में होते हैं। तो जब उन बैक्टीरिया को सपोर्ट मिलता है तो वो पूरी तरह से जागृत होकर हमारी सेहत को ठीक करते हैं, है ना। इसको उगाने के लिए ना पेस्टिसाइड लगता है, ना केमिकल, ना हर्बिसाइड, ना कोई और चीज़ लगती है। तो इसको उगाना बिल्कुल आसान है क्योंकि ये घास जैसा चीज़ है। तो जैसे घास को उगाने के लिए हमें कुछ नहीं डालना पड़ता, वैसे इसके लिए कुछ नहीं डालना है। इसके साथ साथ में इसको उगाने के लिए हमने एक टेक्निक बनाया जिसको बोलते हैं पैराडॉक्सिकल एग्रीकल्चर। पैराडॉक्सिकल एग्रीकल्चर में आप किसी भी चीज़ की खेती करेंगे उसमें भी केमिकल, यूरिया, डीएपी तो छोड़िए, कुछ भी डालने का इनपुट का ज़रूरत ही नहीं है। ऑर्गेनिक इनपुट का भी ज़रूरत नहीं है उसमें 10 गुना कम पानी, 10 गुना कम ट्रैक्टर और 10 गुना कम मेहनत में हम 3-4 गुना ज़्यादा न्यूट्रिशनली डेंस खाना उगा सकते हैं। ਇਸ
ਇਸ ਦੇ ਨਾਲ ਜਦੋਂ ਨਾ ਮੈਂ ਪੁਰਾਣੇ ਟਾਈਮ ਦੀ ਗੱਲ ਕਰਦੀ ਹਾਂ, ਜਦੋਂ ਗ੍ਰੀਨ ਰੈਵੋਲੂਸ਼ਨ ਆਈ ਪੰਜਾਬ ਹਰਿਆਣਾ ਦੇ ਵਿੱਚ, ਤਾਂ ਉਦੋਂ ਤੁਸੀਂ ਸਾਡੇ ਫਾਰਮਰਸ ਨੇ ਮਤਲਬ ਕਿ ਕਣਕ ਤੇ ਝੋਨੇ ਨੂੰ ਹੀ ਅੱਗੇ ਰੱਖਿਆ ਕਿ ਇਹੀ ਸਾਡੇ ਲਈ ਸਹੀ ਹੈ, ਕਿਉਂਕਿ ਉਹ ਤੋਂ ਬਾਅਦ ਫਿਰ ਉਹਦੇ ਨਾਲ ਮੁਨਾਫਾ ਜੁੜਦਾ ਗਿਆ ਕਿ ਕਣਕ ਝੋਨਾ ਜਿਹੜਾ ਤੁਹਾਨੂੰ ਜ਼ਿਆਦਾ ਪੈਸੇ ਦੇ ਰਿਹਾ ਹੈ ਨਾ। ਬਟ ਹੁਣ ਪਾਣੀ ਨੀਚੇ ਹੋਣ ਲੱਗ ਗਿਆ ਤਾਂ ਫਿਰ ਹੁਣ ਝੋਨੇ ਤੋਂ ਵੀ ਅਸੀਂ ਅੱਕ ਗਏ ਹਾਂ। ਕਿਸਾਨਾਂ ਦੇ ਲਈ ਇਹ ਕਿੰਨਾ ਈਜ਼ੀ ਹੈ ਕਿ ਤੁਸੀਂ ਜਦੋਂ ਡਾਈਵਰਸਿਫਿਕੇਸ਼ਨ ਵੱਲ ਜਾਣਾ ਹੈ ਤਾਂ ਫਿਰ ਤੁਸੀਂ ਮੋਟੇ ਅਨਾਜ ਦੀ ਖੇਤੀ ਕਰਨੀ ਸ਼ੁਰੂ ਕਰੋ। ਉਹ ਈਜ਼ੀ ਹੈਗਾ ਉਹਨਾਂ ਲਈ ਕਿ ਤੁਸੀਂ ਉਹ ਕਰ ਸਕੋ, ਤੇ ਉਹਨਾਂ ਦੀ ਮਾਰਕੀਟਿੰਗ ਖਾਸ ਕਰਕੇ, ਕਿਉਂਕਿ ਕਿਸਾਨ ਨੇ ਤਾਂ ਪੈਸਾ ਵੇਖਣਾ, ਮੁਨਾਫਾ ਵੇਖਣਾ ਹੈ, ਉਹ ਈਜ਼ੀ ਅਡਾप्ट ਕਰ ਸਕਦੇ ਫਿਰ ਇਸ ਚੀज़ ਨੂੰ कि मोटे बाजरे की खेती करन। बिल्कुल, इसको जैसे बाजरे को उगाना जितना आसान है उतना ही इनको उगाना आसान है, बल्कि बाजरे से भी ज़्यादा आसान है। और जो डाइवर्सिफिकेशन, जैसे आपने गेहूं का बात किया, तो गेहूं एक पॉलिसी का हिस्सा था। पॉलिसी के तहत हमें खाना खिलाना सिखाया गया, उगाना सिखाया गया। अगर इसको भी एमएसपी देना चालू कर दिया जाए, एमएसपी की वैसे ज़रूरत नहीं है इसमें, क्योंकि ऑलरेडी लगभग 150-200 रुपये किलो बिक रहा है, तो गेहूँ के मुकाबले में ये लगभग 2.5 से 4 गुना तक प्रॉफिटेबल है। और राइस की तरह, जब राइस में जितना 1 एकड़ में पानी लगता है, उतना ही अगर आप कोदरा, कुटकी, कंगनी, हरी कंगनी ये सब उगाएंगे तो उतने ही पानी में, 1 एकड़ का एक फसल के पानी में आप 26 साल तक ये अनाज उगा सकते हैं। तो इतना कम पानी लगता है, ये मानिए कि ना के बराबर लगता है। और इनको, क्योंकि ये प्राकृतिक अनाज हैं, हमारे ही प्रकृति और पर्यावरण में रचे बसे हैं, और आज से 100 साल पहले का अगर इतिहास देखेंगे तो यही अनाज हम खाते थे। तो तब हमारी हाइट भी अच्छी होती थी, बीमारियां भी नहीं होती थी, हड्डियां भी मजबूत होती थी। आज के दिन ये सारी बीमारियां इसीलिए आई हैं क्योंकि हमने गलत खाना चूज़ किया और हमने खेती को भी ख़राब कर दिया। तो सॉइल हेल्थ इज़ द ह्यूमन हेल्थ। सॉइल हेल्थ को ठीक करने के लिए हमने PQN के मॉडल जो पीछे लिखा है वो बनाए हैं, और इसके ऊपर अगर ये अनाज उगाना चालू कर देंगे तो किसानों की आमदनी भी 2-3 गुना बढ़ जाएगी, और इसकी मार्केटिंग का कोई झंझट नहीं है, क्योंकि हमने इसको इतना पॉपुलर कर दिया है रिसर्च के माध्यम से और लोगों को बता के, और खाना भी इनको बिल्कुल आसान है। तो इतना पॉपुलर हो गए हैं कि बिकने का कोई झंझट नहीं है इसमें। और MSP ਰਿਸਕ ਵਾਲੀ ਗੱਲ ਨਹੀਂ ਹੈ। ਜੇ ਤੁਸੀਂ ਸ਼ਿਫਟ ਕਰਨਾ ਵੀ ਚਾਹੋ ਮੋਟੇ ਅਨਾਜ ਦੇ ਉੱਤੇ, ਮਿਲਟਸ ਦੇ ਉੱਤੇ, ਤਾਂ ਫਾਰਮਰਸ ਵੀ ਕਰ ਸਕਦੇ ਆ ਔਰ ਆਮ ਲੋਕ ਵੀ ਜਿਨ੍ਹਾਂ ਨੇ ਕੰਜ਼ਿਊਮ ਕਰਨਾ ਉਹ ਵੀ ਕਰ ਸਕਦੇ। बिल्कुल कर सकते हैं। ओके, थैंक यू सो मच सर। था सर वो बर्तन और उनके बारे में बताएं। जी, आज उस ये वो बर्तन है जो रिवायती बर्तन हमारे होते थे। हाँ, ये हम घर में अभी भी यूज़ करते हैं। ये कांसा है, क्योंकि जब पकाते हैं खाना तो उसके लिए हमें ऐसा बर्तन चाहिए जिसमें 2-3-4 धातुएं हों, है ना। तो ये कई धातुओं का मिश्रण बना के एक बेहतरीन बर्तन बनाते हैं, जिससे हमारे शरीर में जो न्यूट्रिएंट्स की कमी है, खासकर धातुओं की कमी, वो कभी नहीं होगी, है ना। और इसमें क्या होता है, ये गोल होता है, नीचे चपटी तली नहीं होती है, तो इसमें सरफेस टेंशन नहीं रहता है। मान लो कि गोल तली के बर्तन में, जैसे लोटा है, ये बर्तन है, इसमें अगर आप पानी भर के रखेंगे रात भर और सुबह पिएंगे तो वो पानी ज़्यादा आपकी सेहत के लिए अच्छा होगा, क्योंकि इसमें सरफेस टेंशन नहीं होगा, और धरती का जो गुरुत्वाकर्षण है वो भी इसको नुकसान नहीं पहुंचाता है पानी को। तो ये हैं हमारे वो बर्तन जो हमें दोबारा से इस्तेमाल करने चाहिए। और ये एक तरीके की FD है। मान लो कि 50,000 के आपने ये बर्तन खरीदे, आप 50 साल बाद में बेचेंगे या 20 साल बाद में बेचेंगे तो 50,000 के बर्तन हो सकता है 5 लाख या 10 लाख में बिक जाएं, है ना। आप बाकी बर्तन खरीदेंगे वो 1-2 साल में कूड़ा हो जाता है। ਮੈਨੂੰ ਯਾਦ ਆਇਆ ਕਿ ਹੁਣ ਅਸੀਂ ਜਦੋਂ ਤੋਂ ਮਾਈਕ੍ਰੋਵੇਵਸ ਲਿਆਂਦੇ ਨਾ, ਓਵਨਸ ਲਿਆਂਦੇ, ਤੁਸੀਂ ਉੱਥੇ ਵੀ ਪਲਾਸਟਿਕ ਲਿਆਂਦਾ। ਉਹ ਪਲਾਸਟਿਕ ਦੇ ਵਿੱਚ ਤੁਸੀਂ ਠੰਡੀ ਸਬਜ਼ੀ ਗਰਮ ਕਰਨੀ ਹੈ, ਫ੍ਰਿਜ ਚੋਂ ਕੱਢ ਕੇ ਸਿੱਧਾ ਮਾਈਕ੍ਰੋ ਦੇ ਵਿੱਚ, ਮਾਈਕ੍ਰੋ ਚੋਂ ਕੱਢ ਕੇ ਫਿਰ ਕੰਜ਼ਿਊਮ ਕਰ ਲੈਣੀ ਹੈ। जो प्लास्टिक है उसकी वजह से माइक्रो प्लास्टिक हमारे शरीर में आ जाता है, और माइक्रो प्लास्टिक हमारे न्यूरो डिजीज़ देता है, किडनियाँ फेल कर देता है, और हमारे गट हेल्थ को बिल्कुल जीरो कर देता है, जिसकी वजह से कैंसर जैसी घातक बीमारियाँ होती हैं। तो मिलेट्स के बारे में हम बात कर रहे थे। मिलेट्स को इस चक्की में हम पीस सकते हैं। अगर उसको खाने का टेक्निक ये होता है, 8 घंटे भिगोएंगे, उसके बाद सुखा के आप उसका आटा बना सकते हैं, और जैसे रोटियां बनाते हैं वैसे ही रोटी बना सकते हैं। तो इसमें अगर पीसेंगे तो ये स्लो प्रोसेस है, आटा ठंडा रहेगा और न्यूट्रिशन पूरी तरह वैसे के वैसे बने रहेंगे, ख़राब नहीं होते हैं इसमें न्यूट्रिशन। तो और इसका एक और फ़ायदा ये है कि इससे सिजेरियन ऑपरेशन होने के चांसेस 0 हो जाएंगे अगर महिलाएं इसको रेगुलर इस्तेमाल करें तो। हाँ, क्योंकि ये ऐसे जब चलाते हैं तो पेट में बल पड़ता है, और जो पेट की जो अंतड़ियाँ हैं वो इतनी स्ट्रॉन्ग हो जाती हैं कि वो नेचुरल तरीके से बेबी डिलीवर कर सकती हैं। तो ये एक बेहतरीन इंस्ट्रूमेंट है, घर का जिम है, पैसे भी बचते हैं, बिजली का भी ज़रूरत नहीं है इसमें, और आप ताज़ा आटा हर रोज़ खा सकते हैं। मात्र 15 मिनट भी चलाएंगे पर डे तो एक परिवार के लिए काफ़ी होता है। ਪ੍ਰੈਗਨੈਂਟ ਲੇਡੀ ਇਹ ਚੱਕੀ ਘਰੇ ਰੱਖ ਲੇ ਤੇ ਜੇ ਉਹ 15 ਦਿਨ ਵੀ ਇੱਕ ਦਿਨ ਚ ਯੂਜ਼, 15 ਮਿੰਟ ਵੀ ਇੱਕ ਦਿਨ ਚ ਯੂਜ਼ ਕਰਦੀ ਹੈ ਤਾਂ ਉਹ ਉਹਦੇ ਲਈ ਐਕਸਰਸਾਈਜ਼ ਹੈ। बिल्कुल बिल्कुल है।
ਥੈਂਕ ਯੂ ਸੋ ਮਚ ਸਰ, ਤੁਸੀਂ ਬਹੁਤ ਬੈਨੀਫੀਸ਼ੀਅਲ ਚੀਜ਼ਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜਦੋਂ ਤੁਸੀਂ ਪਿੰਡਾਂ ਦੇ ਵਿੱਚ ਗਏ ਹੋ, ਤੁਸੀਂ ਉੱਥੇ ਮਿਲਟ ਦਾ ਜ਼ਿਕਰ ਕੀਤਾ ਲੋਕਾਂ ਕੋਲ, ਲੋਕ ਇਸ ਚੀਜ਼ ਨੂੰ ਅਡਾਪਟ ਕਰਨ ਲਈ ਤਿਆਰ ਨੇ ਵੀ ਅਸੀਂ ਮੋਟੇ ਅਨਾਜ ਤੇ ਜਾਈਏ? ਲੋਕ ਅਡਾਪਟ ਕਰਨ ਲਈ ਤਿਆਰ ਤਾਂ ਹੈ, ਪਰ ਉਹਨਾਂ ਨੇ ਕੈਂਸਰ ਦੇ ਵਿੱਚ ਕਰਜ਼ਾ ਹੀ ਉਹਨਾਂ ਦੇ ਉੱਪਰ ਇੰਨਾ, ਜਿਵੇਂ ਕਿਸੇ 30 ਲੱਖ 40 ਲੱਖ ਹਰ ਘਰ ਨੇ ਲੋਨ ਲਿਆ ਹੋਇਆ ਕਿ ਕਿਵੇਂ ਨਾ ਕਿਵੇਂ ਉਹਨਾਂ ਦਾ ਪੇਸ਼ੈਂਟ ਹੈ ਜਿਹੜਾ ਉਹ ਠੀਕ ਹੋ ਸਕੇ। ਤਾਂ ਉਹ ਇਸ ਸੋਚ ਹੀ ਨਹੀਂ ਹੈਗੀ, ਇਸ ਚੀਜ਼ ਬਾਰੇ ਸੋਚ ਹੀ ਨਹੀਂ ਸਕਦੇ। ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਤੇ ਮੂਲ ਅਨਾਜ ਤੇ ਉਹ ਇੱਕ ਕਨਾਲ ਤੋਂ ਸ਼ੁਰੂ ਕਰਨ, ਤੇ ਜੇ ਇਦਾਂ ਸ਼ੁਰੂ ਕਰਨਗੇ ਫਿਰ ਹੀ ਉਹ ਜਿਹੜਾ ਕੈਂਸਰ ਹੈ ਉਸ ਪ੍ਰੋਬਲਮ ਤੋਂ ਕਿਤੇ ਨਾ ਕਿਤੇ ਛੁਟਕਾਰਾ ਪਾ ਸਕਦੇ ਆ। ਅਦਰਵਾਈਜ਼ ਤਾਂ ਮਤਲਬ ਕੈਂਸਰ ਦੇ ਜਿਹੜਾ ਇਸ ਚਾਂਸੇ 'ਚੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਅੱਜ ਦੇ ਟਾਈਮ 'ਚ। ਥੈਂਕ ਯੂ ਸੋ ਮਚ ਸਰ। ਲੇਡੀਜ਼ ਲਈ ਇਹ ਈਜ਼ੀ ਹੈ ਮਿਲਟਸ ਨੂੰ ਘਰ ਦੇ ਵਿੱਚ ਬਣਾਉਣਾ, ਕਿਤੇ ਉਹਦੇ ਲਈ ਇਹ ਤਾਂ ਨਹੀਂ ਹੋਊਗਾ ਕਿ ਯਾਰ ਇਹ ਝੰਜਟ ਕਿਉਂ ਕਰਨਾ, ਛੇਤੀ ਛੇਤੀ ਦੋ ਛੇਤੀ ਬਣਦਾ ਉਹ ਬਣਾ ਦਿੰਨੀ ਆ। ਤੁਸੀਂ ਦੇਖੋ ਇਹ ਤਾਂ ਜ਼ਿਆਦਾ ਹੋਰ ਵੀ ਈਜ਼ੀ ਹੈਗਾ, ਕਿਉਂਕਿ ਮਿਲਟਸ ਆਪਾਂ ਜਦੋਂ ਇਮੀਡੀਏਟਲੀ ਕੁੱਕ ਕੀਤੇ ਉਸ ਤੋਂ ਬਾਅਦ ਵਿੱਚ ਇਮੀਡੀਏਟਲੀ ਨਹੀਂ ਖਾਣੇ ਹੁੰਦੇ, ਕਿਉਂਕਿ ਉਸ ਨੂੰ ਆਪਾਂ ਬਣਾ ਕੇ ਕੁਝ ਟਾਈਮ ਰੱਖਣਾ ਹੁੰਦਾ ਹੈਗਾ। ਆਪਾਂ ਉਸ ਨੂੰ ਘੱਟੋ ਘੱਟ 8 ਘੰਟੇ ਆਪਾਂ ਉਸ ਨੂੰ ਰੱਖਣਾ ਹੈਗਾ ਬਣਾ ਕੇ, ਠੰਡੇ ਹੋ ਕੇ ਫਿਰ ਆਪਾਂ ਨੇ ਜਿਸ ਤਰ੍ਹਾਂ ਭਿਗੋਣਾ ਹੈਗਾ, ਫਿਰ ਉਸ ਨੂੰ ਕੁੱਕ ਕਰਨਾ ਹੈ। ਕੁੱਕ ਕਰਨ ਤੋਂ ਬਾਅਦ ਵੀ ਠੰਡੇ ਕਰਕੇ ਫਿਰ ਆਪਾਂ ਉਸ ਨੂੰ ਖਾਣਾ ਹੈਗਾ। ਤੇ ਇਸ ਕਰਕੇ ਤਾਂ ਬਹੁਤ ਵਧੀਆ ਹੈਗਾ। ਬੱਚੇ ਕਹਿਣਗੇ ਨਹੀਂ ਕਿ ਮੰਮਾ ਸਾਨੂੰ ਗਰਮ ਗਰਮ ਚਾਹੀਦਾ ਹੈਗਾ ਸਾਰਾ ਕੁਝ। ਜਦੋਂ ਉਹਨਾਂ ਨੂੰ ਆਪਾਂ ਟੇਸਟੀ, ਚਾਹੇ ਉਸ ਨੂੰ ਗੁੜ ਪਾ ਕੇ, ਚਾਹੇ ਉਸ ਨੂੰ ਸ਼ੱਕਰ ਪਾ ਕੇ, ਚਾਹੇ ਜਿਸ ਤਰ੍ਹਾਂ ਦੇ ਮਰਜ਼ੀ ਅਲੱਗ-ਅਲੱਗ ਵੈਜੀਟੇਬਲਸ ਪਾ ਕੇ ਆਪਾਂ ਜਿਹੜੇ ਆ ਮਿਲਟਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖਾਣ ਵਾਸਤੇ ਬਣਾ ਸਕਦੇ ਹੈਗੇ ਆ। ਬਿਸਕਿਟਸ ਮੈਂ ਕਹਿ ਰਹੀ ਹਾਂ, ਤੁਸੀਂ ਅੱਜ ਦੇਖੋ ਅਲੱਗ-ਅਲੱਗ ਟਾਈਪ ਦੇ ਬਿਸਕਿਟਸ ਆ ਗਏ ਹੈਗੇ ਨੇ, ਕੁੱਕੀਜ਼ ਆ ਗਏ ਹੈਗੇ ਨੇ, ਮਟਰੀਜ਼ ਆ ਗਈਆਂ ਹੈਗੀਆਂ, ਸਭ ਕੁਝ ਬਣਦਾ ਹੈ ਮਿਲਟਸ। ਤਾਂ ਮੇਲੇ ਦੇ ਵਿੱਚ ਖਾਸ ਸ਼ਖਸੀਅਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਸਾਡੇ ਨਾਲ ਆਈਜੀ ITVP ਈਸ਼ਵਰ ਸਿੰਘ ਦੂਹਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਿਲਟਸ ਨੂੰ ਲੈ ਕੇ ਸਾਡੇ ਫੂਡ ਦੇ ਵਿੱਚ ਮਿਲਟਸ ਕਿਸ ਤਰੀਕੇ ਦੇ ਨਾਲ ਐਡ ਹੋ ਸਕਦੇ ਨੇ ਤੇ ਇੱਕ ਆਈਜੀ ਉਸ ਬਾਰੇ ਕੀ ਸੋਚਦੇ ਨੇ, ਉਹ ਗੱਲਬਾਤ ਕਰਦੇ ਹਾਂ। ਸਰ बहुत बहुत स्वागत है। थैंक यू। ऐसा है, मैं तो गांव का रहने वाला हूं और हमारी जो शुरुआत से ही खान पान जो है वो मिलट्स रहा है। ज्वार बाजरा हमारा खाने का जो एक मुख्य पार्ट रहा है। और जब मैं बात करता हूं हमारे फादर्स की, तो उस टाइम पे तो गेहूं होता ही नहीं था हमारे इलाके में, सिर्फ बाजरा ही होता था और बाजरे की रोटी हम खाते थे और शाम को बाजरे की खिचड़ी खाते थे। ये तो 1970 का जो दशक था उसमें हिंदुस्तान में खाने की कमी हुई, तो हमने हाई यील्डिंग वैरायटीज़ जिसमें गेहूं धान ये इंट्रोड्यूस किया। इसका पर्पज़ था कि सबको खाना मिल जाए, क्योंकि एक समय ऐसा आया था जब देश के प्रधानमंत्री ने ये भी कहना पड़ा कि एक समय का खाना आप छोड़ दीजिए। तो 1966 के लगभग ये शुरू हुआ, लेकिन हम जो है आत्मनिर्भर हो गए 1977 में। उसके बावजूद भी हम लोगों ने जो हाई यील्डिंग वैरायटीज़ हैं जो हेल्थ के लिए इतनी अच्छी नहीं है जितनी आपकी रागी गेहूँ, रागी ज्वार बाजरा और अन्य तरह के जो मिलेट्स हैं जो कि साउथ इंडिया में उगाए जाते हैं वो हैं। और इसकी वजह से हमारी लाइफस्टाइल डिजीज़ जो है बढ़ती गई। अब आप देखेंगे हमारे देश के जो छोटे बच्चे हैं वो तकरीबन 1.5 करोड़ बच्चे जो है वो हमारे मोटापे का शिकार है और 2 करोड़ के लगभग हम लोग शिकार हैं डायबिटीज़ के और अन्य तरह की बीमारियों के। और जिसकी वजह से काफ़ी जो दिनचर्या है उसमें काफ़ी बदलाव हुआ है। हमें न्यूट्रिटियस डाइट नहीं मिल रही है। तो गवर्नमेंट ने सोचा 2018 से कि इसको मिलेट्स को इंट्रोड्यूस किया जाए, प्रमोशंस किए गए और हिंदुस्तान ने प्रस्ताव दिया यूनाइटेड नेशन में कि क्यों ना मिलेट को जो है पूरे अंतर्राष्ट्रीय स्तर पर इसका प्रचार प्रसार किया जाए, क्योंकि मिलेट्स जो है वो एक अरीड एरिया का फसल है और विश्व में सिर्फ जो एशिया के जो कुछ कंट्रीज़ हैं वहीं पर ही होता है। और ये प्रस्ताव 2021 में स्वीकार किया गया और 2023 जो है ये इंटरनेशनल ईयर ऑफ मिलेट है। और हमारे लिए बहुत अच्छी बात है कि इस साल हम G22 के हम अध्यक्ष भी हैं और पूरी जितने भी G22 के सदस्य आ रहे हैं, G20 के सदस्य आ रहे हैं हिंदुस्तान में, उनको भी हम मिलेट का जो टेस्ट दे रहे हैं। और जो प्रोटीन आपके 100 रुपये के मिलेट्स में होती है
वो प्रोटीन जो है बाज़ार में 1000 रुपये में नहीं मिलती है। ਤਾਂ ਮਿਲਟ ਦੇ ਇਸ ਮੇਲੇ ਦੇ ਵਿੱਚ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦੱਸੀ ਹੈ ਕਿ ਕਿਹੜਾ ਮਿਲਟ ਤੁਸੀਂ ਅਡਾਪਟ ਕਰ ਸਕਦੇ ਹੋ, ਕਿਸ ਤਰੀਕੇ ਦੇ ਨਾਲ ਉਹਨੂੰ ਕੰਜ਼ਿਊਮ ਕਰਨਾ ਹੈ, ਕਿੰਨੇ ਟਾਈਮ ਲਈ ਭਿਗੋ ਕੇ ਰੱਖਣਾ ਹੈ। ਹੁਣ ਇਸ ਪੂਰੇ ਮੇਲੇ ਦੇ ਇਸ ਪੂਰੇ ਜਿਹੜਾ ਇਹ ਇੱਕ ਬਹੁਤ ਸੋਹਣਾ ਇਨੀਸ਼ੀਏਟਿਵ ਹੈ, ਇਹਦੇ ਆਰਗੇਨਾਈਜ਼ਰ ਨੇ ਬਲੇਂਦਰ ਕੁਮਾਰ ਸਰ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਸਰ ਪਹਿਲਾਂ ਤਾਂ ਬਹੁਤ ਸਾਰੀਆਂ ਵਧਾਈਆਂ ਮੈਂ ਤੁਹਾਨੂੰ ਕਹੂੰਗੀ, ਕਿਉਂਕਿ ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ ਆ ਉਹਨਾਂ ਨੇ ਸਭ ਨੇ ਕਿਹਾ ਕਿ ਇਹ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਕਿ ਅਸੀਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਨ ਦੇ ਲਈ, ਡਾਈਟ ਨੂੰ ਚੇਂਜ ਕਰਨ ਦੇ ਲਈ ਇਸ ਤਰੀਕੇ ਦਾ ਕੋਈ ਪ੍ਰੋਗਰਾਮ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਆਇਆ। ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜਦੋਂ ਤੁਸੀਂ ਇੱਥੇ ਆਏ, ਰਿਸਪੌਂਸ ਤੁਹਾਨੂੰ ਮਿਲਿਆ? हम पहले हमारी कंपनी जो है ना ग्लोबल मीडिया ग्रुप है, जो गवर्नमेंट के साथ मिलकर गवर्नमेंट अचीवमेंट स्कीम्स वगैरह को बढ़ावा देने के लिए, लोगों को अवेयरनेस करने के लिए जो स्कीम्स है लोगों तक नहीं पहुंचती, तो ऐसा ये प्लेटफॉर्म एक ऐसा प्लेटफॉर्म है इवेंट्स के रिगार्डिंग, एक छत के नीचे सारी स्कीम्स और जो आजकल मिलेट्स को भी बढ़ावा देने के लिए एमएसएमई की कुछ यूनिट्स है होती है, एमएसएमई के अंदर एक एनएसआईसी डिपार्टमेंट है, उसके द्वारा जो छोटे लघु उद्योग है हमारे, उनको बढ़ावा देने के लिए ये सब्सिडाइज़ किया जाता है, लोन वगैरह दिया जाता है। तो उसके बेसिकली उसी के लिए हमने स्टॉल ये लगाया है, यहाँ पे ऑर्गेनाइजेशन किया है। और इसके साथ साथ मिलेट्स को भी हमने, जैसे हम प्रधानमंत्री जी का भी मेन मुद्दा है इस ये मिलेट्स ईयर है, तो इसको लोगों को तक, लोगों स्वास्थ्य को देखते हुए लोगों के, तो हमने मिलेट्स को आगे बेसिकली इस पर ध्यान दिया हमने। और उसी के तहत हमने यहाँ पे खाने के मिलेट्स के फूड का, लोगों को कैसे मिलेट्स खाना बनाया जाता है और मिलेट को कैसे खाए, कितना इसका यूज किया जाए, कैसे इसका हमारा स्वास्थ्य के लिए फ़ायदा है। किसानों को यहाँ पे फार्मर वर्कशॉप चलती है, साइंटिस्ट आते हैं KVK और अदरवाइज दूसरे हरियाणा यूनिवर्सिटी से और अपना पंजाब यूनिवर्सिटी से साइंटिस्ट आए हैं। उन्होंने किसानों को और आम पब्लिक को अवेयर किया कि कैसे हमें मिलेट से फ़ायदा होगा। ਤੁਸੀਂ ਸੈਟੀਸਫਾਈਡ ਹੈਗੇ ਹੋ ਕਿ ਜਿਸ ਮੋਟਿਵ ਦੇ ਨਾਲ ਤੁਸੀਂ ਇਹ ਆਰਗੇਨਾਈਜ਼ ਕੀਤਾ ਸੀ ਉਹ ਮੋਟਿਵ ਜਿਹੜਾ ਤੁਹਾਨੂੰ ਮਿਲ ਗਿਆ? हाँ जी, हमारा मोटिव बेसिकली है कि लोगों को स्वास्थ्य के प्रति जागरूक करने के लिए ऑर्गेनिक, पहले हमने ऑर्गेनिक पे काम करते हैं, नेचुरल फार्मिंग पे, तो अभी क्या है कि इसके साथ साथ मिलेट्स पे भी साथ में कर रहे हैं हम। तो यहाँ पे उत्तराखंड से ऑर्गेनिक डिपार्टमेंट्स आए हुए हैं और मध्य प्रदेश से जड़ी बूटी वाले आए हुए हैं, आयुर्वेदा वाले आए हुए हैं। तो बहुत हमारे साथ MSME से कोयर बोर्ड है और हमारे साथ KVIC है। तो हम लोगों को, जैसे KVIC के क्लस्टर होते हैं, तो उन सब लोगों का बढ़ावा देने के लिए स्पेशली इसको ऑर्गेनाइज किया है और इसको सभी को फ़ायदा हो रहा है। मैं समझता हूँ कि लोगों को स्पेशली जिनको खाना मिलेट्स को कैसे बनाया जाए, कैसे उगाया जाए और कैसे बनाया जाए खाना, मतलब खेत से लेके और थाली तक कैसे ये पहुँचे मिलेट्स और उसकी स्वास्थ्य के लिए कैसे फ़ायदेमंद है, ये साइंटिस्ट द्वारा इनको जानकारी दी गई है। ਇਸ ਤੋਂ ਬਾਅਦ ਸਾਨੂੰ ਇਸ ਤਰੀਕੇ ਦਾ ਕੋਈ ਜਿਹੜਾ ਮੇਲਾ ਹੈ ਉਹ ਸਾਨੂੰ ਹੋਰ ਕਿੱਥੇ ਮਿਲੂਗਾ ਦੇਖਣ ਨੂੰ, ਜਿਹਨੂੰ ਤੁਸੀਂ ਆਰਗੇਨਾਈਜ਼ ਕਰੋਗੇ? हम इसको जगह जगह जाके लोग खेती विरासत के साथ मिलके, जिनको ये इसके स्पेशलाइज है मिलेट्स को और ऑर्गेनिक को बढ़ावा देने के लिए, उनके साथ कहीं, और जो फार्मर्स है, प्रोग्रेसिव फार्मर्स है, जो जिनको मिलेट्स की जानकारी है, उनके साथ मिलके हम ये जगह जगह ऑर्गेनाइज करते हैं। हम हर 3-4 महीने के बाद अलग अलग स्टेटों में लोगों को जागरूक करते हैं और जो स्कीम्स है लोगों को तक पहुँचाने के लिए, जो गवर्नमेंट्स की अच्छी अच्छी स्कीम है उसको बढ़ावा देने के लिए, तो हम हर जगह उसको अवेयर करने के लिए हम गवर्नमेंट अचीवमेंट स्कीम एक्सपो करते हैं जी। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਤਾਂ ਤੁਸੀਂ ਹਰ ਇੱਕ ਚੀਜ਼ ਵੇਖੀ ਮੇਲੇ ਦੀ ਕਿ ਮਿਲਟਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਪ੍ਰੋਡਕਟਸ ਜਿਹੜੇ ਨੇ ਉਹ ਇੱਥੇ ਲਿਆਂਦੇ ਗਏ ਨੇ ਤਾਂ ਜੋ ਜਾਗਰੂਕਤਾ ਫੈਲ ਸਕੇ ਕਿ ਮਿਲਟਸ ਮੋਟਾ ਅਨਾਜ ਜਿਹੜਾ ਸਾਨੂੰ ਹੁਣ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਬਿਮਾਰੀਆਂ ਤੋਂ ਬਚਣਾ ਹੈ, ਨਾਲ ਦੇ ਨਾਲ ਅਸੀਂ ਕਿਸਾਨਾਂ ਨੂੰ ਵੀ ਮਦਦ ਕਰਨੀ ਹੈ। ਤਾਂ ਇਹੀ ਇਸ ਤਰੀਕੇ ਦਾ ਹੀ ਇੱਕ ਮੈਸੇਜ ਇਸ ਮੇਲੇ ਦੇ ਰਾਹੀਂ ਦਿੱਤਾ ਜਾ ਰਿਹਾ ਹੈ ਕਿ ਬਿਮਾਰੀਆਂ ਤੋਂ ਬਚਣ ਦੇ ਲਈ ਆਪਣੀ ਥਾਲੀ ਦੇ ਵਿੱਚ ਵੀ ਮਿਲਟ ਲੈ ਕੇ ਆਓ। ਤੇ ਜੋ ਪਾਣੀ ਡੂੰਘਾ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਝੋਨੇ ਦੀ ਬਿਜਾਈ ਲਗਾਤਾਰ ਵੱਧ ਰਹੀ ਹੈ ਤੇ ਪੰਜਾਬ ਦਾ ਪਾਣੀ ਡੂੰਘਾ ਹੋ ਰਿਹਾ ਹੈ, ਉਸ ਤੋਂ ਬਚਣ ਦੇ ਲਈ ਕਿਸਾਨ ਵੀ ਮਿਲਟਸ ਉਗਾਉਣ ਅਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਹ ਪਰੇਸ਼ਾਨੀਆਂ ਵੀ ਦੂਰ ਹੋਣ। ਤਾਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਮੇਲਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਮੈਸੇਜ ਹਰ ਘਰ ਦੇ ਵਿੱਚ ਪਹੁੰਚੇਗਾ। ਕੈਮਰਾਮੈਨ ਗੁਰਸਿਮਰਨ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਚੰਡੀਗੜ੍ਹ।